ਤੁਸੀਂ ਸੁਣ ਰਹੇ ਹੋ ਕਿਤਾਬ ਮੇਰੀ ਰਾਮ ਕਹਾਣੀ। ਲੇਖਕ ਬਾਬਾ ਸੋਹਣ ਸਿੰਘ ਜੀ ਪਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਚੌਥੇ ਭਾਗ ਦੇ ਵਿੱਚ ਸੁਣੋ ਕੁਸੰਗਤ ਦਾ ਅੰਤਮ ਸਿੱਟਾ, ਮੇਰਾ ਨਵਾਂ ਜੀਵਨ ਅਤੇ ਬਾਬਾ ਜੀ ਦੇ ਦਰਸ਼ਨ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਸੰਗਤ ਦਾ ਅੰਤਮ ਸਿੱਟਾ। ਆਖਰਕਾਰ ਕੁਸੰਗਤ ਤੇ ਮੇਰੇ ਅੱਲੜਪੁਣੇ ਦਾ ਉਹ ਹਸ਼ਰ ਹੋਇਆ ਜੋ ਅਜਿਹੀ ਦਸ਼ਾ ਵਿੱਚ ਅਕਸਰ ਹੋਇਆ ਕਰਦਾ ਹੈ। ਮੈਂ ਘਰ ਦੇ ਰੁਪਇਆਂ ਤੋਂ ਛੁੱਟ ਅੱਧੀ ਭੋਏ ਵੀ ਗਹਿਣੇ ਪਾ ਦਿੱਤੀ। ਜੇ ਬਾਬਾ ਜੀ ਮੈਨੂੰ ਇਸ ਕੁਸੰਗਤ ਦੇ ਪੰਜੇ ਤੋਂ ਕੁਝ ਦਿਨ ਹੋਰ ਨਾ ਛਡਾਉਂਦੇ ਤਾਂ ਬਾਕੀ ਜ਼ਮੀਨ ਦਾ ਵੀ ਛੇਤੀ ਹੀ ਸਫਾਇਆ ਪੜਿਆ ਜਾਂਦਾ ਤੇ ਫਿਰ ਕੰਜਰਾਂ ਦੀਆਂ ਚਲਮਾਂ ਭਰਨ ਜਾਂ ਸੁਥਰਾ ਬਣਨ ਤੋਂ ਸਿਵਾਏ ਮੇਰੇ ਪਾਸ ਹੋਰ ਕੋਈ ਚਾਰਾ ਨਾ ਰਹਿੰਦਾ। ਪਰ ਮੈਂ ਅਕਾਲ ਪੁਰਖ ਵਾਹਿਗੁਰੂ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਸਾਰੇ ਗੁਨਾਹਾਂ ਉੱਤੇ ਪਰਦਾ ਪਾਉਂਦਿਆਂ ਹੋਇਆਂ ਸਿਰ ਤੋੜ ਯਤਨ ਕਰਕੇ ਮੈਨੂੰ ਉਸ ਨਰਕੀ ਜੀਵਨ ਤੋਂ ਬਚਾ ਲਿਆ। ਅੱਜ ਮੈਂ ਉਹਨਾਂ ਮਹਾਂਪੁਰਖਾਂ ਦੀ ਕਿਰਪਾਲਤਾ ਨਾਲ ਹੀ ਇੱਕ ਕੌਮੀ ਜੀਵਨ ਬਤੀਤ ਕਰ ਰਿਹਾ ਹਾਂ। ਇਸ ਉਪਕਾਰ ਦੇ ਬਦਲੇ ਮੈਂ ਸੈਂਕੜੇ ਜਨਮ ਧਾਰ ਕੇ ਵੀ ਕੌਮੀ ਸੇਵਾ ਕਰਦਾ ਰਹਾ, ਤਾਂ ਵੀ ਕੌਮੀ ਰਿਣ ਤੋਂ ਸੁਰਖਰੂ ਨਹੀਂ ਹੋ ਸਕਦਾ। ਮੇਰੇ ਉੱਤੇ ਗੁਰੂ ਜੀ ਦਾ ਇੱਕ ਵਾਕ ਠੀਕ ਠਾਕ ਢੁਕਦਾ ਸੀ ਕਿ ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਣੋ ਡੀਠੀ। ਇਸ ਸ਼ਰਾਬਖੋਰੀ ਤੇ ਬਦ ਫੈਲੀ ਦੀ ਦਇਆ ਨਾਲ ਨਿਰਾ ਮੇਰੀ ਮੌਤ ਦਾ ਹੀ ਨੁਕਸਾਨ ਨਹੀਂ ਹੋਇਆ, ਸਗੋਂ ਮੇਰਾ ਸਰੀਰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਘਰ ਬਣ ਗਿਆ ਹੈ, ਜਿਨ੍ਹਾਂ ਰੋਗਾਂ ਦੀ ਬਰਕਤ ਨਾਲ ਮੇਰੇ ਘਰ ਕੋਈ ਔਲਾਦ ਪੈਦਾ ਨਹੀਂ ਹੋਈ ਤੇ ਇਸ ਘਰਾਣੇ ਦਾ ਨਾਮ ਮੇਰੀ ਮੌਤ ਮਗਰੋਂ ਸੰਸਾਰ ਉੱਤੋਂ ਉੱਕਾ ਹੀ ਮਿਟ ਜਾਵੇਗਾ। ਜਿਸ ਨਾਮ ਨੂੰ ਜਾਰੀ ਰੱਖਣ ਲਈ ਮੇਰੀ ਧਰਮ ਮਾਤਾ ਜੀ ਨੇ ਪੁੱਜ ਕੇ ਯਤਨ ਕੀਤਾ ਤੇ ਮੇਰੇ ਪਿਤਾ ਜੀ ਨੂੰ ਦੂਜੀ ਸ਼ਾਦੀ ਕਰਾਉਣ ਲਈ ਮਜਬੂਰ ਕੀਤਾ, ਜਿਸ ਨੂੰ ਉਹ ਦਿਲੋਂ ਕਦੀ ਪਸੰਦ ਨਹੀਂ ਕਰਦੇ ਸਨ। ਆਖਰ ਉਹਨਾਂ ਸਾਰੀਆਂ ਗੱਲਾਂ ਦਾ ਜ਼ਿੰਮੇਵਾਰ ਕੌਣ ਹੈ, ਮੈਂ ਜਾਂ ਕੌਮ? ਜੇ ਬੱਚਿਆਂ ਨੂੰ ਸਿੱਖਿਆ ਦੇਣਾ ਕੌਮ ਦਾ ਫਰਜ਼ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਦੀ ਜ਼ਿੰਮੇਵਾਰ ਵੀ ਕੌਮ ਹੀ ਹੈ। ਕੌਮ ਦਾ ਹੀ ਇਹ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਅਜਿਹੇ ਢੰਗ ਨਾਲ ਦੇਵੇ ਜਿਸ ਤੋਂ ਉਹ ਜੀਵਨ ਦੇ ਹਰ ਬੁਰੇ ਅੰਗ ਉੱਤੇ ਫਤਿਹ ਪਾ ਸਕੇ ਤੇ ਆਪਣਾ ਜੀਵਨ ਆਜ਼ਾਦ ਅਤੇ ਕੌਮੀ ਬਣਾ ਸਕੇ। ਪਰ ਮੈਂ ਇਹ ਗੁਨਾਹ ਨਿਰਾਪੁਰਾ ਕੌਮ ਦੇ ਮੱਥੇ ਵੀ ਨਹੀਂ ਲਾਉਣਾ ਚਾਹੁੰਦਾ, ਕਿਉਂ ਜੋ ਕੋਈ ਗੁਲਾਮ ਕੌਮ, ਜਿਸ ਨੂੰ ਕੌਮ ਕਹਿਣਾ ਹੀ ਭੁੱਲ ਹੈ, ਗੁਲਾਮੀ ਦੀ ਹਾਲਤ ਵਿੱਚ ਆਪਣੀ ਸੰਤਾਨ ਨੂੰ ਕਦੀ ਸੁਸਿੱਖਿਅਤ ਨਹੀਂ ਕਰ ਸਕਦੀ। ਇਸ ਲਈ ਨਾ ਤੇ ਮੇਰਾ ਹੀ ਕਸੂਰ ਹੈ, ਕਿਉਂ ਜੋ ਮੈਨੂੰ ਕੌਮੀ ਸਿੱਖਿਆ ਹੀ ਨਹੀਂ ਮਿਲੀ ਸੀ, ਤੇ ਨਾ ਹੀ ਕੌਮ ਦਾ, ਕਿਉਂ ਜੋ ਉਹ ਖੁਦ ਗੁਲਾਮ ਹੈ। ਜੇ ਗੁਨਾਹ ਹੈ ਤਾਂ ਗੁਲਾਮੀ ਦਾ ਹੈ। ਇਸ ਲਈ ਇਸ ਸੰਸਾਰ ਉੱਪਰ ਜੇ ਮੈਨੂੰ ਬਰਬਾਦ ਕਰਨ ਵਾਲਾ ਕੋਈ ਵੈਰੀ ਹੈ ਤਾਂ ਉਹ ਗੁਲਾਮੀ ਹੈ। ਮੈਂ ਜਿੱਚਰ ਇਸ ਸੰਸਾਰ ਉੱਪਰ ਜਿਉਂਦਾ ਹਾਂ, ਭਾਵੇਂ ਕਿਸੇ ਵੀ ਦਸ਼ਾ ਵਿੱਚ ਹੋਵਾਂ, ਜੇਲ੍ਹ ਦੇ ਅੰਦਰ ਜਾਂ ਬਾਹਰ, ਆਪਣੇ ਵੈਰੀ ਨਾਲ ਹਰ ਸੂਰਤ ਵਿੱਚ ਮੱਥਾ ਡਾਹੀ ਰੱਖਾਂਗਾ ਤੇ ਜਦੋਂ ਤੱਕ ਉਸ ਨੂੰ ਸੰਸਾਰ ਵਿੱਚੋਂ ਮਿਟਾ ਨਹੀਂ ਦਿਆਂਗਾ, ਚੈਨ ਨਾ ਲਵਾਂਗਾ। ਇਹੋ ਮੇਰਾ ਨਿਸ਼ਚਾ ਉਦੇਸ਼ ਹੈ। ਮੇਰਾ ਨਵਾਂ ਜੀਵਨ। ਮਨੁੱਖ ਦਾ ਜੰਮਣ ਮਰਨ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਸਰੀਰਕ ਤੇ ਦੂਜਾ ਆਤਮਕ। ਸਰੀਰਕ ਮੌਤ ਤਾਂ ਉਹ ਹੈ ਜਦੋਂ ਸਾਡੇ ਸਰੀਰ ਦੇ ਸਾਰੇ ਇੰਦਰੀ ਕਿਸੇ ਗੱਲੋਂ ਆਪੋ ਆਪਣੇ ਕੰਮ ਕਰਨ ਤੋਂ ਸਿਰ ਫੇਰ ਦਿੰਦੇ ਹਨ ਤੇ ਅਸੀਂ ਕਹਿੰਦੇ ਹਾਂ ਇਹ ਬੰਦਾ ਮਰ ਗਿਆ ਹੈ। ਸਰੀਰਕ ਜਨਮ ਉਹ ਹੁੰਦਾ ਹੈ ਜਦੋਂ ਅਸੀਂ ਆਪਣੀ ਮਾਤਾ ਦੀ ਕੁੱਖੋਂ ਸਰੀਰ ਸਮੇਤ ਬਾਹਰ ਆਉਂਦੇ ਹਾਂ। ਇਸ ਜਨਮ ਮਰਨ ਤੋਂ ਬਿਨਾਂ ਦੂਜੀ ਤਰ੍ਹਾਂ ਦੇ ਜਨਮ ਮਰਨ ਉਹ ਹਨ ਜੋ ਸਾਡੇ ਦਿਲ ਦੀ ਦਸ਼ਾ ਬਦਲਣ ਤੋਂ ਹੁੰਦੇ ਹਨ, ਅਰਥਾਤ ਜਦੋਂ ਸਾਡੇ ਦਿਲੀ ਭਾਵ ਇੱਕ ਦਸ਼ਾ ਤੋਂ ਬਦਲ ਕੇ ਦੂਜੇ ਸੰਚੇ ਵਿੱਚ ਢਲਦੇ ਹਨ ਤਾਂ ਅਸੀਂ ਉਸ ਨੂੰ ਆਤਮਿਕ ਜਨਮ ਜਾਂ ਮਰਨ ਕਹਿੰਦੇ ਹਾਂ। ਉਹ ਗੋਝ ਮੇਰੇ ਇਸ ਨਵੇਂ ਜੀਵਨ ਦਾ ਹੈ, ਕਿਉਂ ਜੋ ਪਹਿਲੀ ਹਾਲਤ ਵਿੱਚ ਮੈਂ ਆਪਣੇ ਮਨ ਦਾ ਗੋਲਾ ਤੇ ਸ਼ੈਤਾਨ ਦਾ ਸ਼ਾਗਿਰਦ ਸਾਂ, ਜਿਸ ਦਾ ਕੋਈ ਈਮਾਨ ਤੇ ਨਾ ਹੀ ਕੋਈ ਧਰਮ ਸੀ। ਜੇ ਕੁਝ ਸੀ ਤਾਂ ਸਭ ਸ਼ੈਤਾਨੀ ਰੰਗ ਵਿੱਚ ਰੰਗਿਆ ਹੋਇਆ ਬਨੌਟੀ ਤੇ ਲੋਕ ਦਿਖਾਵਾ, ਜਿਸ ਦਾ ਵਰਣਨ ਮੈਂ ਪਹਿਲੇ ਕਾਂਡ ਦੀ ਸਿੱਧ ਪੱਧਰੀ ਵਾਰਤਾ ਵਿੱਚ ਦੱਸ ਆਇਆ ਹਾਂ। 15 ਵਰ੍ਹੇ ਦੀ ਉਮਰ ਤੋਂ 25 ਵਰ੍ਹੇ ਦੀ ਅਵਸਥਾ ਤੱਕ ਪੂਰੇ 10 ਵਰ੍ਹੇ ਮੈਂ ਇਸ ਨਰਕੀ ਜੀਵਨ ਵਿੱਚ ਗੁਜ਼ਾਰੇ।
ਅਖੀਰ 1956 ਬਿਕਰਮੀ ਅਰਥਾਤ 1899 ਈਸਵੀ ਵਿੱਚ ਇੱਕ ਮਹਾਂਪੁਰਖ ਦੀ ਕਿਰਪਾ ਨਾਲ ਮੈਂ ਇਸ ਨਰਕੀ ਜੀਵਨ ਤੋਂ ਖਲਾਸੀ ਪਾਈ। ਸਿੱਖ ਧਰਮ ਵਿੱਚ ਨਵਾਂ ਜੀਵਨ ਪ੍ਰਾਪਤ ਕੀਤਾ, ਜਿਸ ਨੂੰ ਮੈਂ ਆਪਣਾ ਨਵਾਂ ਜੀਵਨ ਕਹਿੰਦਾ। ਇੱਥੇ ਮੇਰੇ ਧਾਰਮਿਕ ਜੀਵਨ ਦਾ ਮੁੱਢ ਵੱਜਦਾ ਹੈ। ਬਾਬਾ ਜੀ ਦੇ ਦਰਸ਼ਨ। ਸੰਮਤ 1956 ਬਿਕਰਮੀ ਦਾ ਜੇਠ ਮਹੀਨਾ ਮੈਨੂੰ ਬਹੁਤ ਹੀ ਸ੍ਰੇਸ਼ਟ ਸਗੂਨ ਲੈ ਕੇ ਮਿਲਿਆ। ਇੱਕ ਦਿਹਾੜੇ ਮੈਂ ਘਰੋਂ ਖੂਹ ਨੂੰ ਜਾ ਰਿਹਾ ਸਾਂ। ਮਸ਼ਾਲਾ ਦੇ ਅਗਾੜੀਆਂ ਲੰਘਦਿਆਂ ਹੋਇਆਂ ਮੇਰੇ ਕੰਨੀ ਸ਼ਬਦ ਕੀਰਤਨ ਦੀ ਧੁਨੀ ਆ ਪਈ। ਸ਼ਬਦ ਕੀਰਤਨ ਤਾਂ ਕਦੀ ਭੁੱਲਿਆਂ ਚੁੱਕਿਆਂ ਵੀ ਪਹਿਲਾਂ ਸੁਣਿਆ ਹੋਊ, ਪਰ ਅੱਜ ਦੇ ਕੀਰਤਨ ਦਾ ਅਸਰ ਮੇਰੇ ਦਿਲ ਉੱਪਰ ਕੁਝ ਅਨੋਖਾ ਜਿਹਾ ਹੀ ਹੋਇਆ। ਅੱਜ ਮੇਰੇ ਦਿਲ ਨੂੰ ਇੰਨੀ ਖਿੱਚ ਪਈ ਕਿ ਮੈਂ ਇੱਕ ਪੈਰ ਵੀ ਅਗਾਂਹ ਨਾ ਜਾ ਸਕਿਆ ਤੇ ਖੂਹ ਤੇ ਜਾਣ ਦੀ ਥਾਂ ਮੈਂ ਗੁਰਦੁਆਰੇ ਅੰਦਰ ਜਾ ਕੇ ਦੀਵਾਨ ਵਿੱਚ ਜਾ ਬੈਠਾ। ਇਸ ਦੀਵਾਨ ਵਿੱਚ ਇੱਕ ਸਫੇਦ ਦਾੜੇ ਵਾਲੇ ਬਜ਼ੁਰਗ ਬੈਠੇ ਹੋਏ ਸਨ, ਜਿਨ੍ਹਾਂ ਨੇ ਗਲ ਵਿੱਚ ਇੱਕ ਲੰਮਾ ਚਿੱਟਾ ਚੋਲਾ ਸਜਾਇਆ ਹੋਇਆ ਸੀ। ਉਹਨਾਂ ਦੇ ਚਿਹਰੇ ਦਾ ਜਲਾਲ ਹੋਰ ਸਾਰੇ ਸਜੇ ਹੋਏ ਪ੍ਰੇਮੀਆਂ ਤੋਂ ਵੱਖਰਾ ਸੀ। ਉਹਨਾਂ ਦੇ ਗੁਰਮੁਖ ਦਿਦਾਰੇ ਤੋਂ ਹਰ ਇੱਕ ਬੰਦਾ ਸਮਝ ਸਕਦਾ ਸੀ ਕਿ ਉਹਨਾਂ ਦੇ ਅੰਦਰ ਦੁਨੀਆ ਤੋਂ ਕੋਈ ਵੱਖਰੀ ਹੀ ਖੁਸ਼ੀ ਜਾਂ ਜਿਉਂਦੀ ਕਣੀ ਹੈ। ਜਦੋਂ ਸ਼ਬਦ ਕੀਰਤਨ ਦਾ ਭੋਗ ਪਿਆ ਤਾਂ ਉਸ ਬਜ਼ੁਰਗ ਨੇ ਬਚਨ ਬਿਲਾਸ ਸ਼ੁਰੂ ਕੀਤਾ। ਉਹਨਾਂ ਦੀਆਂ ਗੱਲਾਂ ਕੋਈ ਪੁਸਤਕਾਂ ਜਾਂ ਗ੍ਰੰਥਾਂ ਵਿੱਚੋਂ ਕੰਠ ਕੀਤੀਆਂ ਹੋਈਆਂ ਨਹੀਂ ਸਨ, ਸਗੋਂ ਉਹਨਾਂ ਦੇ ਅੰਦਰਲੇ ਚਾਨਣੇ ਦੀਆਂ ਕਿਰਨਾਂ ਦਾ ਪ੍ਰਕਾਸ਼ ਸੀ। ਹਾਂ, ਕਦੀ-ਕਦੀ ਪ੍ਰਮਾਣ ਵਜੋਂ ਗੁਰੂ ਗ੍ਰੰਥ ਸਾਹਿਬ ਦਾ ਵਾਕ ਵਿੱਚ ਵਿਚਾਲੇ ਜ਼ਰੂਰ ਉਚਾਰਦੇ ਸਨ। ਉਹਨਾਂ ਦੇ ਬਚਨ ਵਾਹਿਗੁਰੂ ਦੀ ਭਗਤੀ ਵਿੱਚ ਰੰਗੇ ਹੋਏ ਪੱਥਰ ਦਿਲਾਂ ਨੂੰ ਵੀ ਮੋਮ ਕਰਨ ਵਿੱਚ ਸਮਰੱਥ ਸਨ। ਉਹਨਾਂ ਦਾ ਸ਼ਾਂਤ ਮਨ ਤੇ ਗੁਲਾਬ ਦੇ ਫੁੱਲ ਸਮਾਨ ਖਿੜਿਆ ਹੋਇਆ ਚਿਹਰਾ ਦਰਸ਼ਕਾਂ ਦੇ ਆਤਮਿਕ ਰੋਗਾਂ ਉੱਤੇ ਅੰਮ੍ਰਿਤ ਧਾਰਾ ਦਾ ਕੰਮ ਕਰਦਾ ਸੀ। ਉਹਨਾਂ ਦੀ ਹਰ ਇੱਕ ਗੱਲ ਸਚਾਈ ਨਾਲ ਭਰਪੂਰ ਤੇ ਡੂੰਘੇ ਅਰਥਾਂ ਵਾਲੀ ਸੀ। ਸਵਾਏ ਭਗਤੀ, ਪ੍ਰੇਮ ਤੇ ਨਿਸ਼ਕਾਮ ਕਰਮ ਦੇ ਉਹਨਾਂ ਦੇ ਬਚਨਾਂ ਵਿੱਚ ਹੋਰ ਲੇਸ ਨਹੀਂ ਸੀ। ਨਾਸਤਕ ਵੀ ਉਹਨਾਂ ਦੇ ਦਰਸ਼ਨ ਕਰਕੇ ਅਕੇਰਾਂ ਤਾਂ ਰੱਬ ਦੀ ਹੋਂਦ ਮੰਨਣ ਉੱਤੇ ਜ਼ਰੂਰ ਮਜਬੂਰ ਹੋ ਜਾਂਦਾ ਸੀ। ਜਿਨ੍ਹਾਂ ਦੇ ਅੰਦਰ ਕੁਝ ਰੱਬੀ ਪ੍ਰੇਮ ਸੀ, ਉਹ ਤਾਂ ਉਹਨਾਂ ਦੇ ਆਸ਼ਿਕ ਸਨ, ਭਾਵੇਂ ਕਿਸੇ ਵੀ ਧਰਮ ਜਾਂ ਮਜ਼ਹਬ ਦੇ ਮੰਨਣ ਵਾਲਾ ਕਿਉਂ ਨਾ ਹੋਵੇ। ਉਹਨਾਂ ਨਾਲ ਪ੍ਰੇਮ ਕੀਤੇ ਬਿਨਾਂ ਨਹੀਂ ਸੀ ਰਹਿ ਸਕਦਾ, ਕਿਉਂ ਜੋ ਉਹਨਾਂ ਦੀ ਆਤਮਾ ਉਸ ਮਹਾਂ ਆਤਮਾ ਵਿੱਚ ਲੀਨ ਹੋ ਚੁੱਕੀ ਸੀ, ਜਿੱਥੇ ਪੁੱਜ ਕੇ ਆਪਾ ਪਰਕਾ ਮਿਟ ਜਾਂਦਾ ਹੈ। ਪਰ ਉਹ ਮਹਾਂਪੁਰਸ਼ ਤੇ ਗਿਆਨੀ ਸਨ, ਜਿਨ੍ਹਾਂ ਦੀ ਪਛਾਣ ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਦੱਸੀ ਹੈ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਹਾਂ, ਉਹ ਲੋਕ ਜੋ ਆਤਮਿਕ ਅਵਸਥਾ ਤੋਂ ਅਣਜਾਣ ਤੇ ਚਰਮ ਦ੍ਰਿਸ਼ਟੀ ਨਾਲ ਦੇਖਣ ਵਾਲੇ ਸਨ, ਉਹ ਜ਼ਰੂਰ ਉਹਨਾਂ ਨੂੰ ਮਸਤਾਨਾ ਜਾਂ ਪਾਗਲ ਸਮਝਦੇ ਸਨ, ਪਰ ਉਹ ਸਭਨਾਂ ਨੂੰ ਆਪਣਾ ਤੇ ਆਪ ਨੂੰ ਸਾਰਿਆਂ ਦਾ ਸਾਂਝਾ ਜਾਣਦੇ ਸਨ। ਕਿਸੇ ਇੱਕ ਮਜ਼ਹਬ ਜਾਂ ਪੰਥ ਦੀ ਵਲਗਣ ਅੰਦਰ ਉਹ ਹੁਣ ਵਲੇ ਹੋਏ ਨਹੀਂ ਸਨ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿਕ ਸਾਰੇ ਹੀ ਉਹਨਾਂ ਦੀ ਨਿਗਾਹ ਵਿੱਚ ਬਰੋਬਰ ਉੱਚੇ ਤੇ ਆਜ਼ਾਦ ਸਨ। ਉਹ ਉਹਨਾਂ ਦਾ ਨਾਮ ਲੋਕੀ ਆਮ ਤੌਰ ਉੱਪਰ ਬਾਬਾ ਕੇਸਰ ਹੀ ਸੱਦਦੇ ਸਨ ਤੇ ਉਹ ਵੀ ਇਸੇ ਨਾਮ ਨਾਲ ਖੁਸ਼ ਹੁੰਦੇ ਸਨ। ਉਹਨਾਂ ਦਾ ਪਹਿਲਾ ਨਾਮ ਕੇਸਰ ਸਿੰਘ ਸੀ। ਉਹਨਾਂ ਦਾ ਜਨਮ ਪਿੰਡ ਮੁਹਾਵਾ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਜੱਟ ਘਰਾਣੇ ਵਿੱਚ ਸੰਮਤ 1902 ਬਿਕਰਮੀ ਜਾਂ 1845 ਈਸਵੀ ਵਿੱਚ ਹੋਇਆ। ਉਹ ਮੁੱਢ ਤੋਂ ਹੀ ਨਿਰੰਕਾਰ ਦੇ ਸਿਮਰਨ ਵੱਲ ਝੁਕੇ ਹੋ ਰਹੇ। 16 ਵਰ੍ਹੇ ਦੀ ਉਮਰ ਵਿੱਚ ਉਹ ਬਾਬਾ ਰਾਮ ਸਿੰਘ ਜੀ ਨੂੰ ਮਿਲੇ, ਜੋ ਨਾਮਧਾਰੀ ਸਿੱਖਾਂ ਦੇ ਆਗੂ ਤੇ ਮੋਢੀ ਸਨ। ਉਹਨਾਂ ਨੂੰ ਮਿਲਣ ਉੱਪਰ ਉਹਨਾਂ ਨੇ ਨਹਾਇਤ ਨੇਕ ਨੀਤੀ ਨਾਲ 10 ਨਵਾਂ ਦੀ ਕਿਰਤ ਕਰਕੇ ਵੰਡ ਛਕਣਾ ਤੇ 8 ਪੈਰ ਅਕਾਲ ਸਿਮਰਨ ਵਿੱਚ ਮਗਨ ਰਹਿਣਾ ਹੀ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਸੀ। ਉਹਨਾਂ ਦੇ ਪਵਿੱਤਰ ਖਿਆਲਾਂ ਦੀ ਬਰਕਤ ਨਾਲ ਆਖਰ ਉਹਨਾਂ ਨੂੰ ਗਿਆਨ ਦੀ ਉਹ ਅਵਸਥਾ ਪ੍ਰਾਪਤ ਹੋਈ ਜੋ ਸੰਸਾਰ ਵਿੱਚ ਵਿਰਲੇ ਬੰਦਿਆਂ ਨੂੰ ਹੀ ਲੱਭਿਆ ਕਰਦੀ ਹੈ। ਨਾਮਧਾਰੀਆਂ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਵੀ ਚੋਟੀ ਤੇ ਮੰਨੇ ਹੋਏ ਸਨ, ਪਰ ਪਾਠ ਕਰਕੇ ਉਹਨਾਂ ਨੇ ਕਦੇ ਪੂਜਾ ਨਹੀਂ ਸੀ ਲਈ
ਤੇ ਨਾ ਹੀ ਪਾਠ ਰਖਾਉਣ ਵਾਲੇ ਦੇ ਘਰੋਂ ਅੱਜ ਕੱਲ੍ਹ ਦੇ ਪਾਠੀਆਂ ਵਾਂਗੂ ਸ਼ਰਦਾਈ ਤੇ ਕੜਾਹ ਪ੍ਰਸ਼ਾਦ ਹੀ ਉਡਾਉਂਦੇ ਸਨ। ਰੁੱਖੀ ਮਿੱਸੀ ਖਾ ਕੇ ਗਰੀਬ ਤੋਂ ਗਰੀਬ ਸਿੱਖ ਦੇ ਘਰ ਵੀ ਲੋੜ ਅਨੁਸਾਰ ਪਾਠ ਕਰਾਉਂਦੇ ਸਨ। ਪੂਜਾ ਵੱਲੋਂ ਆਪ ਨੂੰ ਡਾਢੀ ਘਿਰਣਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਧਰਮ ਦੇ ਅਸਲ ਮਨੋਰਥ ਨੂੰ ਸਮਝਣ ਵਾਲਾ ਤੇ ਸੱਚੇ ਧਰਮ ਉੱਪਰ ਚੱਲਣ ਵਾਲਾ ਜੇ ਕੋਈ ਵੇਖਿਆ ਹੈ ਤਾਂ ਉਹ ਬਾਬਾ ਜੀ ਹੀ ਸਨ। ਬਾਬਾ ਰਾਮ ਸਿੰਘ ਜੀ ਦਾ ਆਦਰ ਸਤਿਕਾਰ ਉਹਨਾਂ ਦੇ ਦਿਲ ਵਿੱਚ ਬਹੁਤ ਸੀ, ਪਰ ਉਹ ਸੱਚਾਈ ਉੱਤੇ ਕਦੀ ਪਰਦਾ ਨਹੀਂ ਸਨ ਪਾਉਂਦੇ। ਉਹ ਕਹਿੰਦੇ ਹੁੰਦੇ ਸਨ ਕਿ ਜਦੋਂ ਮੈਂ ਬਾਬਾ ਰਾਮ ਸਿੰਘ ਜੀ ਤੋਂ ਭਜਨ ਗੁਰਮੰਤਰ ਲਿਆ ਤਾਂ ਉਹਨਾਂ ਦੇ ਸਰੀਰ ਦੀ ਪੂਜਾ ਜਾਂ ਪ੍ਰੇਮ ਕਰਨ ਦੀ ਥਾਂ ਮੈਂ ਵਾਹਿਗੁਰੂ ਨਾਲ ਪਿਆਰ ਪਾਇਆ ਤੇ ਉਸ ਨੂੰ ਆਪਣਾ ਗੁਰੂ ਮੰਨਿਆ। ਹੁਣ ਉਸ ਵਾਹਿਗੁਰੂ ਨੇ ਮੈਨੂੰ ਆਪਣੇ ਨਾਮ ਵਿੱਚ ਲਿਵ ਲੀਨ ਕਰ ਲਿਆ ਹੈ। ਹੁਣ ਉਹ ਹੈ, ਮੈਂ ਨਹੀਂ। ਜਿਕਣ ਉਹ ਮੈਨੂੰ ਰੱਖਦਾ ਏ ਮੈਂ ਰਹਿੰਦਾ ਹਾਂ, ਜਿਵੇਂ ਬੁਲਾਉਂਦਾ ਹੈ ਬੋਲਦਾ ਹਾਂ, ਜੋ ਕਰਾਉਂਦਾ ਏ ਕਰਦਾ ਹਾਂ। ਇਸ ਬ੍ਰਿਧ ਅਵਸਥਾ ਵਿੱਚ ਵੀ ਉਹ ਕਦੀ ਘੋੜੀ ਉੱਪਰ ਨਹੀਂ ਸਨ ਚੜ੍ਹਦੇ। 35 ਕੋ ਪੈਂਡਾ ਕਰ ਲੈਣਾ ਉਹਨਾਂ ਦੇ ਭਾਣੇ ਮਾਮੂਲੀ ਗੱਲ ਸੀ। ਕੋਈ ਗੱਭਰੂ ਵੀ ਉਹਨਾਂ ਦੇ ਬਰਾਬਰ ਨਹੀਂ ਸੀ ਦੌੜ ਸਕਦਾ ਤੇ ਨਾ ਹੀ ਉਹ 40-50 ਕੋ ਪੈਂਡਾ ਕਰਨ ਲਈ ਰੇਲ ਗੱਡੀ ਉੱਪਰ ਸਵਾਰ ਹੁੰਦੇ ਸਨ। ਉਹ ਦੱਸਦੇ ਹੁੰਦੇ ਸਨ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਭਰ ਜਵਾਨੀ ਵਿੱਚ ਸਾਂ। ਮੇਰੇ ਲਈ ਸਾਰੀਆਂ ਹੀ ਸੰਸਾਰ ਕਾਮਨਾਵਾਂ ਨਾ ਹੋਣ ਦੇ ਤੁੱਲ ਸਨ। ਮੈਂ ਕਦੇ ਵਿਸ਼ੇ ਵਸ ਹੋ ਕੇ ਇਸਤਰੀ ਸੰਗ ਨਹੀਂ ਕੀਤਾ ਸੀ। ਹਾਂ, ਗ੍ਰਸਥ ਧਰਮ ਸਮਝ ਕੇ ਤੇ ਨਸਲ ਜਾਰੀ ਰੱਖਣ ਲਈ ਵੀਰਜ ਦਾਨ ਜ਼ਰੂਰ ਦਿੱਤਾ, ਉਹ ਵੀ ਸਮੇਂ ਸਿਰ ਨਾ ਆ ਕੇ ਐਵੇਂ ਵਾਧੂ। ਬ੍ਰਹਮਚਰਜ ਦਾ ਪ੍ਰਤਾਪ ਬਾਬਾ ਜੀ ਦੇ ਦਰਸ਼ਨ ਤੇ ਤਾਕਤ ਤੋਂ ਹੀ ਸਧਾਰਨ ਤੋਂ ਸਧਾਰਨ ਮਨੁੱਖ ਦੇ ਦਿਲ ਉੱਪਰ ਵੀ ਉਕਰੀ ਜਾਂਦਾ ਸੀ। ਉਹ ਲੂਣ ਨਹੀਂ ਸਨ ਖਾਂਦੇ, ਦਾਲ ਭਾਜੀ ਸਭ ਅਲੂਣੀ ਖਾਂਦੇ ਸਨ। ਬਾਬਾ ਰਾਮ ਸਿੰਘ ਜੀ ਬਾਰੇ ਉਹਨਾਂ ਦਾ ਖਿਆਲ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਸਿੱਖ ਸਨ। ਜਿਨ੍ਹਾਂ ਗੁਰਸਿੱਖਾਂ ਬਾਰੇ ਗੁਰੂ ਸਾਹਿਬ ਨੇ ਇਉਂ ਫਰਮਾਇਆ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਬਾਬਾ ਰਾਮ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਕੁਮਲਾਏ ਹੋਏ ਸਿੱਖ ਪੰਥ ਨੂੰ ਮੁੜ ਹਰਿਆ ਕੀਤਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨਿਆਂ ਉੱਪਰ ਹੀ ਟੁਰੇ ਸਨ। ਨਾ ਹੀ ਉਹਨਾਂ ਨੇ ਕੋਈ ਨਾਮਧਾਰੀ ਪੰਥ ਵੱਖਰਾ ਚਲਾਇਆ ਹੈ ਤੇ ਨਾ ਹੀ ਆਪਣੇ ਆਪ ਨੂੰ ਗੁਰੂ ਅਖਵਾਇਆ ਹੈ। ਉਹਨਾਂ ਨੇ 10 ਗੁਰੂਆਂ ਦੇ ਹੁਕਮਾਂ ਦੀ ਪਾਲਣਾ ਕੀਤੀ ਤੇ ਸਿੱਖਾਂ ਤੋਂ ਵੀ ਕਰਵਾਈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਤੇ ਉਸ ਤੇ ਅਮਲ ਕਰਨ ਦੀ ਹੀ ਸਿੱਖਿਆ ਦਿੱਤੀ ਹੈ। ਅਰਦਾਸਾ ਵੀ 10 ਪਾਤਸ਼ਾਹਾਂ ਦਾ ਹੀ ਕੀਤਾ ਹੈ ਤੇ ਰਹਿਤ ਵੀ ਗੁਰੂ ਸਾਹਿਬ ਦੀ ਦੱਸੀ ਹੋਈ ਹੀ ਰੱਖੀ ਹੈ। ਇਸ ਲਈ ਨਾਮਧਾਰੀ ਤੇ ਅਕਾਲੀ ਤੱਤ ਖਾਲਸਾ ਕੋਈ ਦੋ ਨਹੀਂ ਹਨ। ਨਾਮਧਾਰੀ ਤੱਤ ਖਾਲਸਾ ਤੇ ਤੱਤ ਖਾਲਸਾ ਨਾਮਧਾਰੀ ਹਨ। ਇਹਨਾਂ ਨੂੰ ਵੱਖੋ ਵੱਖ ਮੰਨਣਾ ਭੁੱਲ ਹੈ, ਕਿਉਂਕਿ ਸਿੱਖ ਪੰਥ ਵਿੱਚ ਸਦਾ 2 ਤਰ੍ਹਾਂ ਦੀ ਸਿੱਖੀ ਚੱਲੀ ਆਈ ਹੈ, ਇੱਕ ਨਾਮਧਾਰੀ ਤੇ ਦੂਜੀ ਸ਼ਸਤਰਧਾਰੀ। ਭਾਈ ਮਨੀ ਸਿੰਘ ਜੀ ਤੇ ਭਾਈ ਤਾਰੂ ਸਿੰਘ ਆਦਿ ਸਾਰੇ ਨਾਮਧਾਰੀ ਸਨ, ਜਿਨ੍ਹਾਂ ਨੇ ਸ਼ਸਤਰ ਚੁੱਕਣ ਤੋਂ ਬਿਨਾਂ ਹੀ ਬਲੀਦਾਨ ਦਿੱਤੇ ਤੇ ਨਾਮ ਤੇ ਭਰੋਸਾ ਰੱਖਿਆ। ਦੂਜੇ ਬਾਬਾ ਦੀਪ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਆਦਿਕ, ਜਿਨ੍ਹਾਂ ਨੇ ਸ਼ਸਤਰ ਨਾਲ ਧਰਮ ਤੇ ਕੌਮ ਦੀ ਰਾਖੀ ਕੀਤੀ। ਪਹਿਲੇ ਮਹਾਂਪੁਰਖਾਂ ਨੇ ਆਤਮ ਸ਼ਕਤੀ ਦੇ ਪ੍ਰਚਾਰ ਦੁਆਰਾ ਕੌਮੀ ਸੇਵਾ ਕੀਤੀ ਤੇ ਦੂਜਿਆਂ ਨੇ ਸ਼ਸਤਰ ਦੁਆਰਾ। ਅਸਲ ਵਿੱਚ ਦੋਹਾਂ ਦਾ ਹੀ ਮੁੱਦਾ ਇੱਕ ਸੀ ਤੇ ਦੋਵੇਂ ਹੀ ਇੱਕੋ ਜਿਹੇ ਸਤਿਕਾਰਯੋਗ ਹਨ। ਇਸ ਕਰਕੇ ਬਾਬਾ ਰਾਮ ਸਿੰਘ ਜੀ ਦੀ ਕੌਮੀ ਤੇ ਧਾਰਮਿਕ ਸੇਵਾ ਦਾ ਮਾਣ ਕਰਨਾ ਵੀ ਹਰੇਕ ਸਿੱਖ ਦਾ ਫਰਜ਼ ਹੈ। ਜੋ ਨਹੀਂ ਕਰਦਾ ਉਹ ਭੁਲੇਖੇ ਵਿੱਚ ਹੈ ਤੇ ਪੰਥ ਵਿੱਚ ਫੁੱਟ ਦੀ ਚਿਣਗ ਸੁੱਟਣ ਵਾਲਾ ਹੈ। ਪੂਰਨ ਤੌਰ ਤੇ ਆਜ਼ਾਦ ਜੀਵਨ ਤਦੇ ਹੀ ਪ੍ਰਾਪਤ ਹੋਏਗਾ ਜਦ ਤੱਤ ਖਾਲਸਾ ਤੇ ਨਾਮਧਾਰੀ ਖਾਲਸਾ ਇੱਕੋ ਪੰਥ ਤੇ ਝੰਡੇ ਥੱਲੇ ਇਕੱਤਰ ਹੋ ਕੇ ਦੇਸ਼ ਕੌਮ ਦੀ ਸੇਵਾ ਪੂਰੇ ਪ੍ਰੇਮ ਨਾਲ ਮਿਲ ਕੇ ਕਰਨਗੇ। ਵੱਖ-ਵੱਖ ਨਾਮਧਾਰੀ ਤੇ ਅਕਾਲੀ ਆਦਿ ਅਖਵਾਉਣ ਦੀ ਥਾਂ ਸਾਰੇ ਆਪਣੇ ਆਪ ਨੂੰ ਗੁਰੂ ਖਾਲਸਾ ਅਖਵਾਉਣਗੇ। ਬਾਬਾ ਜੀ ਆਪ ਵੀ 10 ਪਾਤਸ਼ਾਹੀਆਂ ਤੱਕ ਹੀ ਅਰਦਾਸਾ ਕੀਤਾ ਕਰਦੇ ਸਨ। ਉਹਨਾਂ ਦਾ ਕਥਨ ਸੀ ਕਿ ਹਰੇਕ ਸਿੱਖ ਨੂੰ ਓਨਾ ਹੀ ਅਰਦਾਸਾ ਕਰਨਾ ਚਾਹੀਦਾ ਹੈ ਜਿੰਨਾ ਕਿ 10ਮ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਵਾਧਾ ਘਾਟਾ ਕਰਨਾ ਭਾਰੀ ਭੁੱਲ ਹੈ। ਅਰਦਾਸਾ ਆਰੰਭ ਕਰਨ ਵੇਲੇ ਪਾਤਸ਼ਾਹੀ 10 ਕਹਿਣਾ ਚਾਹੀਦਾ ਤੇ 9ਵੀਂ ਪਾਤਸ਼ਾਹੀ ਦੇ ਅਗਾੜੀ ਸਭ ਥਾਈਂ ਹੋਏ ਸਹਾਏ ਉੱਪਰ ਸਮਾਪਤ ਕਰ ਦੇਣਾ ਚਾਹੀਦਾ ਹੈ, ਕਿਉਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇੰਨਾ ਹੀ ਉਚਾਰਿਆ ਹੈ। ਬਾਬਾ ਜੀ
ਜਦ ਕਿਸੇ ਅਕਾਲੀ ਨੂੰ ਵੇਂਦੇ ਸਨ ਤਾਂ ਡਾਢਾ ਖੁਸ਼ ਹੁੰਦੇ ਸਨ। ਉਹ ਫਰਮਾਇਆ ਕਰਦੇ ਸਨ ਕਿ ਇਹ ਪੰਥ ਦੇ ਨਿਸ਼ਕਾਮ ਸੇਵਕ ਹਨ। ਜੇ ਉਹ ਅੱਜ ਪੰਜ ਭੂਤਕ ਸਰੀਰ ਵਿੱਚ ਹੁੰਦੇ ਤਾਂ ਅੱਜ ਕੱਲ੍ਹ ਦੇ ਅਕਾਲੀਆਂ ਨੂੰ ਵੇਖ ਕੇ ਬਹੁਤ ਹੀ ਗਦਗਦ ਹੁੰਦੇ। ਉਹ ਕਦੇ ਕਦੇ ਇਹ ਵੀ ਆਖਿਆ ਕਰਦੇ ਸਨ ਕਿ ਮੈਂ ਅਕਾਲੀ ਹਾਂ। ਜਿਸ ਤਰ੍ਹਾਂ ਮੇਰਾ ਅਕਾਲ ਪੁਰਖ ਅਮਰ ਹੈ, ਉਸੇ ਤਰ੍ਹਾਂ ਮੈਂ ਵੀ ਅਮਰ ਹਾਂ। ਨਾਲ ਹੀ ਇਹ ਵੀ ਕਹਿੰਦੇ ਹੁੰਦੇ ਸਨ ਕਿ ਅਕਾਲ ਦਾ ਪੁਜਾਰੀ ਅਕਾਲੀ ਸਦਾ ਅਮਰ ਹੁੰਦਾ ਹੈ। ਜੋ ਜੀਵਨ ਮੁਕਤ ਤੋਂ ਅਮਰ ਨਹੀਂ, ਉਹ ਅਕਾਲੀ ਹੀ ਨਹੀਂ। ਜਿਉਂ-ਜਿਉਂ ਮੈਂ ਬਾਬਾ ਜੀ ਦੇ ਬਚਨ ਸੁਣਦਾ ਗਿਆ, ਤਿਉਂ-ਤਿਉਂ ਹੀ ਉਹ ਮੇਰੇ ਮਨ ਵਿੱਚ ਜੱਚਦੇ ਗਏ। ਆਖਰ ਮੈਂ ਬੇਨਤੀ ਕੀਤੀ ਕਿ ਅੱਜ ਰਾਤ ਮੇਰੇ ਘਰ ਦਰਸ਼ਨ ਦਿਓ। ਇਹ ਬੇਨਤੀ ਬਾਬਾ ਜੀ ਨੇ ਪ੍ਰਵਾਨ ਕਰ ਲਈ ਤੇ ਰਾਤ ਦਾ ਦੀਵਾਨ ਮੇਰੇ ਘਰ ਲੱਗਾ। ਹੁਣ ਪਿੰਡ ਵਿੱਚ ਇੱਕ ਅਚੰਭਾ ਜਿਹਾ ਛਾ ਗਿਆ ਕਿ ਅੱਜ ਸੋਹਣ ਸਿੰਘ ਦੇ ਘਰ ਦੀਵਾਨ ਲੱਗਾ ਹੈ। ਸੱਚਮੁੱਚ ਮੇਰੇ ਘਰ ਦੀਵਾਨ ਲੱਗਣਾ ਲੋਕਾਂ ਲਈ ਇੱਕ ਹੈਰਾਨੀ ਦਾ ਕਾਰਨ ਸੀ, ਕਿਉਂ ਜੋ ਮੈਂ ਅੱਜ ਤੱਕ ਕਦੀ ਇਹੋ ਜਿਹੇ ਨੇਕ ਰਾਹ ਉੱਤੇ ਪੈਰ ਨਹੀਂ ਸੀ ਪਾਇਆ। ਸਾਰਾ ਪਿੰਡ ਮੇਰੇ ਘਰ ਹੁੰਮ ਹੁਮਾ ਕੇ ਪੁੱਜ ਗਿਆ। ਲੋਕੀ ਹੈਰਾਨ ਸਨ ਕਿ ਅੱਜ ਇਹ ਉਲਟੀ ਗੰਗਾ ਕਿਵੇਂ ਵਗ ਪਈ। ਮੇਰੇ ਧਰਮ ਮਾਤਾ ਜੀ ਨੂੰ ਅੱਜ ਜੋ ਖੁਸ਼ੀ ਪ੍ਰਾਪਤ ਹੋਈ, ਉਸ ਦੀ ਥਾਹ ਲੈਣੀ ਮੁਸ਼ਕਲ ਸੀ। ਦੀਵਾਨ ਦੀ ਸਮਾਪਤੀ ਉਪਰੰਤ ਉਹਨਾਂ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਜੇ ਸੋਹਣ ਸਿੰਘ ਸੁਮੱਤੇ ਲੱਗ ਜਾਏ ਤਾਂ ਅਸੀਂ ਆਪਣੇ ਵੱਡੇ ਉੱਤਮ ਕਰਮ ਸਮਝਾਂਗੇ। ਹੋਰ ਵੀ ਕਈ ਨੇਕ ਬੰਦਿਆਂ ਨੇ ਇਹੋ ਆਖਿਆ। ਬਾਬਾ ਜੀ ਨੇ ਉੱਤਰ ਦਿੱਤਾ, ਵਾਹਿਗੁਰੂ ਦੇ ਘਰ ਕਿਸ ਗੱਲ ਦਾ ਘਾਟਾ ਹੈ, ਉਹ ਜ਼ਰੂਰ ਇਸ ਨੂੰ ਸਮੱਤ ਬਖਸ਼ੇਗਾ। ਅਗਲੇ ਦਿਨ ਸਵੇਰੇ ਹੀ ਬਾਬਾ ਜੀ ਨੇ ਜਦੋਂ ਟੁਰਨ ਦੀ ਤਿਆਰੀ ਕੀਤੀ ਤਾਂ ਮੈਂ ਵੀ ਉਹਨਾਂ ਨੂੰ ਵਿਦਾ ਕਰਨ ਲਈ ਥੋੜ੍ਹੀ ਦੂਰ ਨਾਲ ਗਿਆ। ਜਦੋਂ ਮੈਂ ਘਰ ਨੂੰ ਮੁੜਨ ਲੱਗਾ ਤਾਂ ਬਾਬਾ ਜੀ ਨੇ ਮੈਨੂੰ ਫਰਮਾਇਆ ਕਿ ਭਾਈ ਕਦੇ ਕਦਾਈ ਦਰਸ਼ਨ ਦਿੰਦੇ ਰਿਹਾ ਕਰੋ। ਮੈਂ ਸਤ ਬਚਨ ਜੀ ਕਹਿ ਕੇ ਘਰ ਨੂੰ ਮੁੜ ਆਇਆ। ਘਰ ਆਵਣ ਉੱਪਰ ਮੈਨੂੰ ਇਉਂ ਪ੍ਰਤੀਤ ਹੋਇਆ ਜਾਣੋ ਬਾਬਾ ਜੀ ਦਾ ਇੱਕ ਇੱਕ ਬਚਨ ਮੈਨੂੰ ਚੇਤੇ ਆ ਕੇ ਮੇਰੇ ਦਿਲ ਉੱਪਰ ਇੱਕ ਅਲੌਕਿਕ ਪ੍ਰਭਾਵ ਪਾ ਰਿਹਾ ਹੈ। ਉਹਨਾਂ ਨੇ ਵਿਦਾ ਹੋਣ ਤੋਂ ਪਹਿਲਾਂ ਮੈਨੂੰ ਫਰਮਾਇਆ ਸੀ ਕਿ ਭਾਈ ਅਸੀਂ ਤੈਥੋਂ ਸ਼ਰਾਬ ਪੀਣ ਜਾਂ ਹੋਰ ਬੁਰੇ ਕਰਮ ਜ਼ੋਰੀ ਨਹੀਂ ਛਡਵਾਉਂਦੇ, ਕਿਉਂ ਜੋ ਜਿੱਦਣ ਤੈਨੂੰ ਇਨ੍ਹਾਂ ਕੰਮਾਂ ਤੋਂ ਖੁਦ ਬਖੁਦ ਘਿਰਣਾ ਪ੍ਰਤੀਤ ਨਾ ਹੋਵੇ ਤੇ ਅੰਦਰੋਂ ਸੁਮੱਤ ਉਤਪੰਨ ਨਾ ਹੋਵੇ, ਉਹਨਾਂ ਚਿਰ ਬੁਰੇ ਕਰਮ ਦਿਲੋਂ ਨਹੀਂ ਛੁੱਟਿਆ ਕਰਦੇ। ਬਾਬਾ ਜੀ ਦੀ ਇਹ ਗੱਲ ਮੇਰੇ ਮਨ ਲੱਗੀ। ਜੇ ਬਾਬਾ ਜੀ ਉਸ ਵੇਲੇ ਮੈਨੂੰ ਇਹ ਕਹਿੰਦੇ ਕਿ ਤੂੰ ਸ਼ਰਾਬ ਨਾ ਪੀਆ ਕਰ ਤਾਂ ਮੈਂ ਸੱਚ ਕਹਿੰਦਾ ਹਾਂ, ਉਹਨਾਂ ਦੇ ਇਸ ਕਹਿਣ ਦਾ ਮੇਰੇ ਦਿਲ ਉੱਤੇ ਰਤਾ ਅਸਰ ਨਾ ਹੁੰਦਾ। ਪਰ ਉਹ ਸੱਚੇ ਮਹਾਂਪੁਰਖ ਸਨ ਤੇ ਉਹ ਅੱਛੀ ਤਰ੍ਹਾਂ ਜਾਣਦੇ ਸਨ ਕਿ ਜ਼ੋਰੀ ਕਿਸੇ ਦਾ ਦਿਲ ਬਦ ਫੈਲੀਆਂ ਵੱਲੋਂ ਰੋਕਣਾ ਅਸਲੀ ਰੋਕਣਾ ਨਹੀਂ ਹੈ, ਜਦੋਂ ਤੱਕ ਕਿ ਉਸ ਨੂੰ ਅੰਦਰੋਂ ਭਲੇ ਬੁਰੇ ਦਾ ਗਿਆਨ ਉਤਪੰਨ ਨਾ ਹੋਵੇ। ਜੋ ਜੀਕਣ ਦੱਬੀ ਹੋਈ ਅੱਗ ਬੁਝਦੀ ਨਹੀਂ, ਸਗੋਂ ਸਮਾਂ ਪਾ ਕੇ ਵਧੇਰੇ ਭੜਕ ਉੱਠਦੀ ਹੈ। ਕਿਸੇ ਤਰ੍ਹਾਂ ਜ਼ੋਰੀ ਦਬਾਇਆ ਹੋਇਆ ਮਨ ਸਦਾ ਦਬਾਇਆ ਨਹੀਂ ਰਹਿ ਸਕਦਾ। ਜਦੋਂ ਵੀ ਦਾਅ ਲੱਗਦਾ ਹੈ ਉਦੋਂ ਹੀ ਮਨੁੱਖ ਨੂੰ ਕਾਬੂ ਕਰ ਲੈਂਦਾ ਹੈ। ਪਰ ਜਦੋਂ ਮਨੁੱਖ ਨੂੰ ਖੁੱਲ੍ਹਾ ਗਿਆਨ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜਿਸ ਅਵਸਥਾ ਨੂੰ ਉਹ ਪ੍ਰਾਪਤ ਹੁੰਦਾ ਹੈ ਉਹ ਸਹਿਜ ਅਵਸਥਾ ਹੁੰਦੀ ਹੈ ਤੇ ਉਹ ਹੁੰਦੀ ਵੀ ਅਟਲ ਹੈ, ਨਾ ਕਿ ਡਾਵਾਂਡੋਲ। ਜਦੋਂ ਮੈਂ ਰਾਤ ਨੂੰ ਸੁੱਤਾ ਤਾਂ ਬਾਬਾ ਜੀ ਦੇ ਦਰਸ਼ਨ ਤੇ ਬਚਨ ਮੇਰੇ ਦਿਲ ਉੱਪਰ ਇਸ ਤਰ੍ਹਾਂ ਦਾ ਨਕਸ਼ਾ ਲੱਗੇ ਖਿੱਚਣ। ਜਦ ਮੈਂ ਸਵੇਰੇ ਜਾਗਿਆ ਤਾਂ ਵੀ ਬਾਬਾ ਜੀ ਦੇ ਬਚਨਾਂ ਵਿੱਚ ਹੀ ਮੇਰਾ ਧਿਆਨ ਸੀ। ਮੈਂ ਇਹਨਾਂ ਖਿਆਲਾਂ ਵਿੱਚ ਹੀ ਲਵਲੀਨ ਹੋਇਆ ਹੀ ਬਾਹਰ ਪੈਲੀ ਬੰਨੇ ਫਿਰਨ ਚਲਾ ਗਿਆ ਤੇ ਇਕਾਂਤ ਬਹਿ ਕੇ ਸਾਰੀਆਂ ਗੱਲਾਂ ਵਿਚਾਰਨ ਲੱਗਾ। ਉਸ ਵੇਲੇ ਬਾਬਾ ਜੀ ਦਾ ਇੱਕ ਇੱਕ ਬਚਨ ਮੈਨੂੰ ਬਰਮ ਵਾਕ ਪ੍ਰਤੀਤ ਹੋਣ ਲੱਗਾ ਤੇ ਮੇਰੇ ਦਿਲ ਨੂੰ ਇੱਕ ਤਰ੍ਹਾਂ ਦੇ ਨਸ਼ੇ ਦੀ ਲੋਰ ਜੀ ਚੜ੍ਹਦੀ ਜਾਵੇ, ਜਿਸ ਤੋਂ ਅੱਜ ਤੱਕ ਮੈਂ ਅਣਜਾਣ ਸਾਂ। ਮੈਨੂੰ ਅਜਿਹੀ ਸੋਝੀ ਆਉਣ ਲੱਗੀ ਕਿ ਠੀਕ ਹੀ ਮੇਰਾ ਜੀਵਨ ਇੱਕ ਨਰਕੀ ਜੀਵਨ ਹੈ, ਜਿਸ ਦਾ ਅੰਤ ਮੇਰੇ ਲਈ ਬਹੁਤ ਭੈੜਾ ਹੋਵੇਗਾ। ਜੇ ਮੈਂ ਇਹਨਾਂ ਮਹਾਂਪੁਰਖਾਂ ਦੇ ਬਚਨ ਨਾ ਮੰਨੇ ਤਾਂ ਰਸਾਤਲ ਤੋਂ ਛੁੱਟ ਮੇਰੇ ਲਈ ਹੋਰ ਕੋਈ ਟਿਕਾਣਾ ਨਹੀਂ ਹੈ। ਇਹਨਾਂ ਗੱਲਾਂ ਦਾ ਖਿਆਲ ਕਰਦਿਆਂ ਹੋਇਆਂ ਮੇਰੇ ਲੂੰ ਕੰਡੇ ਹੋ ਗਏ। ਨਾਲ ਹੀ ਜਦੋਂ ਬਾਬਾ ਜੀ ਦੇ ਇਸ ਸੁਤੰਤਰ ਬਚਨ ਦਾ ਖਿਆਲ ਕੀਤਾ ਕਿ ਤੈਨੂੰ ਜ਼ੋਰੀ ਕਿਸੇ ਗੱਲੋਂ ਨਹੀਂ ਹੋੜਿਆ ਜਾਵੇਗਾ, ਜਦੋਂ ਤੱਕ ਕਿ ਤੂੰ ਆਪਣੇ ਆਪ ਇਸ ਪਾਸਿਓਂ ਸੂਗ ਨਾ ਵੱਟੇ, ਤੇ ਤਾਂ ਮੇਰੇ ਦਿਲ ਵਿੱਚ ਫਿਰ ਇੱਕ ਤਰ੍ਹਾਂ ਦਾ ਸਵਾਦ ਜਿਹਾ ਭਰ ਗਿਆ। ਮੈਂ ਸੋਚਿਆ ਕਿ ਚੰਗਾ, ਜੇ ਵਾਹਿਗੁਰੂ ਮੈਨੂੰ ਅੰਦਰੋਂ ਹੀ ਗਿਆਨ ਬਖਸ਼ੇਗਾ ਤਾਂ ਮੇਰੇ ਲਈ ਕਿਹੜੀ ਔਖੀ ਗੱਲ ਹੈ। ਨਾਲੇ ਉਹ ਅੰਦਰਲਾ ਚਾਨਣ
ਮੇਰੇ ਲਈ ਅਸਲੀ ਤੇ ਸੱਚਾ ਗਿਆਨ ਹੋਵੇਗਾ, ਜੋ ਮੈਨੂੰ ਸਹਿਜ ਸੁਭਾਅ ਪ੍ਰਾਪਤ ਹੋਊ, ਅਤੇ ਮੇਰੇ ਮਨ ਦੀ ਅਵਸਥਾ ਵੀ ਜੋ ਆਪਣੇ ਆਪ ਉਤਪੰਨ ਹੋਊ, ਉਹ ਸੱਚੀ ਤੇ ਅਡੋਲ ਹੋਵੇਗੀ। ਇਹ ਵਿਚਾਰ, ਡਰ ਤੇ ਖੁਸ਼ੀ ਵਿੱਚ ਮੈਨੂੰ 4-5 ਦਿਨ ਲੰਘ ਗਏ। ਸ਼ਰਾਬ ਪੀਣ ਨੂੰ ਮੇਰਾ ਦਿਲ ਹੀ ਨਾ ਕੀਤਾ। ਖੁਸ਼ੀ ਤਾਂ ਮੈਨੂੰ ਇਸ ਗੱਲ ਦੀ ਵੀ ਸੀ ਕਿ ਇੱਕ ਸਿੱਧਾ ਜਿਹਾ ਰਾਹ ਮੈਨੂੰ ਕੁਝ ਨਜ਼ਰ ਆਉਣ ਲੱਗ ਪਿਆ। ਇਸ ਗੱਲੋਂ ਕਿ ਮੈਂ ਇਸ ਰਾਹੇ ਟੁਰਨ ਜੋਗਾ ਹੋ ਸਕਾਂਗਾ, ਕਿਤੇ ਇਹ ਰਾਹ ਮੇਰੀਆਂ ਅੱਖਾਂ ਤੋਂ ਲਾਂਭੇ ਤੇ ਨਾ ਹੀ ਹੋ ਜਾਊਗਾ। ਇਸ ਅੰਦਰਲੇ ਘੋਲ ਵਿੱਚ ਜੇ ਨਿਮਗਨ ਹੀ ਸਾਂ ਕਿ 5ਵੇਂ ਦਿਨ ਅਨਭੋਲ ਹੀ ਬਾਬਾ ਜੀ ਨੇ ਇਕੱਲਿਆਂ ਹੀ ਮੈਨੂੰ ਆਦਿਦਾਰ ਬਖਸ਼ਿਆ। ਅੱਜ ਦੇ ਦਰਸ਼ਨਾਂ ਤੋਂ ਮੈਨੂੰ ਹੋਰ ਵੀ ਖੁਸ਼ੀ ਪ੍ਰਾਪਤ ਹੋਈ ਤੇ ਮੈਨੂੰ ਹੌਸਲਾ ਜਿਹਾ ਵੱਜ ਗਿਆ ਕਿ ਇਹ ਮਹਾਂਪੁਰਖ ਜ਼ਰੂਰ ਹੀ ਮੈਨੂੰ ਕਿਸੇ ਕੰਢੇ ਲਾ ਕੇ ਛੱਡਣਗੇ। ਬਾਬਾ ਜੀ ਤਾਂ ਦਰਸ਼ਨ ਦੇ ਕੇ ਫਿਰ ਆਪਣੇ ਨਗਰ ਨੂੰ ਮੁੜ ਗਏ, ਪਰ ਉਹਨਾਂ ਦੇ ਅੱਜ ਦੇ ਦੀਦਾਰੇ ਮੇਰੇ ਦਿਲ ਨੂੰ ਗੂੜਾ ਰੰਗ ਚਾੜ ਗਏ। ਹੁਣ ਅੰਦਰ ਬਾਹਰ ਤੇ ਅੰਗ ਸੰਗ ਹਰ ਪਾਸੇ ਹਰ ਵਕਤ ਬਾਬਾ ਜੀ ਹੀ ਨਜ਼ਰੀ ਆਉਣ ਲੱਗੇ। ਇੱਕ ਪਲ ਭਰ ਵੀ ਉਹ ਮੇਰੇ ਅੰਦਰਲੇ ਨੈਣਾਂ ਤੋਂ ਓਹਲੇ ਨਹੀਂ ਸਨ ਹੁੰਦੇ। ਹਰ ਵੇਲੇ ਦਿਲ ਉੱਤੇ ਉਹਨਾਂ ਦੀ ਮੂਰਤ ਹੀ ਉਕਰੀ ਰਹਿੰਦੀ। ਇਸੇ ਤਰ੍ਹਾਂ 5-5, 6-6 ਦਿਨਾਂ ਮਗਰੋਂ ਜਾਂ ਬਾਬਾ ਜੀ ਨੇ 4 ਵਾਰੀ ਦਰਸ਼ਨ ਦਿੱਤੇ ਤਾਂ ਮੇਰੇ ਦਿਲ ਦੀ ਅਵਸਥਾ ਉੱਕੀ ਹੀ ਬਦਲ ਗਈ। ਹੁਣ ਸ਼ਰਾਬ ਤਾਂ ਕੀ ਪੀਣੀ ਸੀ, ਸ਼ਰਾਬੀ ਮਿੱਤਰਾਂ ਦੀ ਸੰਗਤ ਵੱਲੋਂ ਵੀ ਮਨ ਖੱਟਾ ਹੋ ਗਿਆ ਤੇ ਮੈਂ ਇਕਾਂਤ ਵਧੇਰੇ ਪਸੰਦ ਕਰਨ ਲੱਗਾ। ਹੁਣ ਪ੍ਰੇਮਾ ਮਨ ਦਿਨੋਂ ਦਿਨ ਵਧੇਰੇ ਭਟਕਣ ਲੱਗੀ, ਜਿਸ ਨੇ ਸੰਸਾਰਕ ਸੁੱਖਾਂ ਤੇ ਮੌਜ ਮੇਲੇ ਦੀ ਇੱਛਾ ਦਗਧ ਕਰ ਸੁੱਟੀ। ਘਰ ਦਾ ਕੰਮ ਕਾਜ ਵੀ ਵਿਸਰ ਗਿਆ। ਬਸ ਕੋਈ ਤਾਂਘ ਸੀ ਤਾਂ ਸਿਰਫ ਬਾਬਾ ਜੀ ਦੇ ਦਰਸ਼ਨਾਂ ਦੀ। ਵਧੇਰੇ ਮੂੰਹ ਨੇਰੇ ਹੀ ਉੱਠਦਾ ਤੇ ਬਾਬਾ ਜੀ ਦੇ ਦਰਸ਼ਨਾਂ ਲਈ ਉਹਨਾਂ ਦੇ ਨਗਰ ਨੂੰ ਤੁਰ ਪੈਂਦਾ। ਉਹਨਾਂ ਦਾ ਪਿੰਡ ਮੇਰੇ ਨਗਰੋਂ 4 ਕੋਹ ਸੀ। ਰਾਹ ਵਿੱਚ ਨਾ ਕਿਸੇ ਨਾਲ ਬੋਲਦਾ ਤੇ ਨਾ ਹੀ ਕਿਸੇ ਕੋਲ ਖਲੋਂਦਾ। ਸਿੱਧਾ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਦਾ ਤੇ ਉਹਨਾਂ ਦੇ ਅੰਮ੍ਰਿਤ ਰੂਪੀ ਬਚਨ ਸੁਣਦਾ। ਹੋ ਸਕਦਾ ਤਾਂ ਕੁਝ ਉਹਨਾਂ ਦੀ ਸੇਵਾ ਵੀ ਕਰਦਾ ਤੇ ਤਰਕਾਲਾਂ ਨੂੰ ਉਹਨਾਂ ਦੀ ਆਗਿਆ ਲੈ ਕੇ ਉਸੇ ਚੁੱਪ ਤੇ ਆਨੰਦਮਈ ਦਸ਼ਾ ਵਿੱਚ ਘਰ ਮੁੜ ਆਉਂਦਾ। ਇਸੇ ਤਰ੍ਹਾਂ ਜਦੋਂ ਕੋਈ 3 ਕੁ ਮਹੀਨੇ ਲੰਘ ਗਏ ਤਾਂ ਇੱਕ ਦਿਨ ਅਲਮਾਰੀ ਵਿੱਚੋਂ ਮੈਂ ਕੋਈ ਚੀਜ਼ ਲੈਣ ਲੱਗਾ ਤਾਂ ਉਸ ਵਿੱਚ ਪਈ ਹੋਈ ਅੱਧੀ ਕੁ ਬੋਤਲ ਸ਼ਰਾਬ ਦੀ ਲੱਭ ਗਈ, ਜੋ ਕਿਸੇ ਵੇਲੇ ਮੈਂ ਅਲਮਾਰੀ ਵਿੱਚ ਰੱਖੀ ਹੋਣੀ ਹੈ ਤੇ ਮਗਰੋਂ ਚੇਤਾ ਵਿਸਰ ਜਾਣ ਕਰਕੇ ਉੱਥੇ ਹੀ ਟਿਕੀ ਰਹੀ। ਉਸ ਨੂੰ ਵੇਖ ਕੇ ਮੇਰੀ ਜੀਭ ਫਿਰ ਮੂਤਰ ਪਈ। ਮੈਂ ਸੋਚਿਆ ਕਿ ਭਲਾ ਵੇਖਾਂ ਪੀ ਕੇ ਕੀ ਸਵਾਦ ਹੁੰਦਾ ਹੈ। ਮੈਂ ਉਸ ਨੂੰ 3-4 ਵੇਰੀ ਕਰਕੇ ਪੀ ਗਿਆ, ਪਰ ਅੱਜ ਖੁਸ਼ੀ ਤੇ ਸਵਾਦ ਦੀ ਥਾਂ ਮੇਰਾ ਜੀ ਬਹੁਤ ਬੇਸੁਆਦਾ ਤੇ ਦੁਖੀ ਹੋ ਗਿਆ। ਮੈਂ ਪੀ ਕੇ ਬਹੁਤ ਪਛਤਾਇਆ। ਮੇਰੀ ਆਤਮਾ ਹੀ ਮੈਨੂੰ ਫਿੱਟ ਲਾਹਨਤਾਂ ਪਾਉਣ ਲੱਗੀ। ਗੱਲ ਕੀ ਸਾਰੀ ਰਾਤ ਮੈਂ ਬੜੇ ਦੁੱਖਾਂ ਨਾਲ ਪਾਸੇ ਮਾਰਦਿਆਂ ਤੇ ਤਾਰੇ ਗਿਣਦਿਆਂ ਲਗਾਏ। ਸਵੇਰੇ ਅੰਮ੍ਰਿਤ ਵੇਲੇ ਹੀ ਬਾਬਾ ਜੀ ਵੱਲ ਟੁਰ ਗਿਆ। ਅਗਾਂਹ ਬਾਬਾ ਜੀ ਆਪਣੀ ਬਗੀਚੀ ਵਿੱਚ ਬਿਰਾਜਮਾਨ ਸਨ। ਜਦੋਂ ਮੈਂ ਦਰਸ਼ਨ ਕਰਕੇ ਬਹਿ ਗਿਆ ਤਾਂ ਬਾਬਾ ਜੀ ਨੇ ਮੇਰੀ ਵਿਆਕੁਲ ਹਾਲਤ ਨੂੰ ਸਮਝ ਕੇ ਪੁੱਛਿਆ ਕਿ ਸੁਣਾ ਭਾਈ, ਤੇਰੇ ਮਨ ਦੀ ਕੀ ਹਾਲਤ ਹੈ। ਮੈਂ ਲੱਜਾ ਨਾਲ ਅੱਖਾਂ ਨੀਵੀਆਂ ਕਰ ਲਈਆਂ ਤੇ ਕਿਹਾ, ਬਾਬਾ ਜੀ ਮੈਥੋਂ ਭਾਰੀ ਭੁੱਲ ਹੋ ਗਈ। ਇੰਨਾ ਕਹਿ ਕੇ ਰਾਤੀ ਸ਼ਰਾਬ ਪੀਣ ਦਾ ਸਾਰਾ ਕਿੱਸਾ ਸੁਣਾ ਦਿੱਤਾ। ਉਹਨਾਂ ਨੇ ਹੱਸ ਕੇ ਫਰਮਾਇਆ ਕਿ ਬਸ ਇਹ ਪੀਣਾ ਤੇਰਾ ਆਖਰੀ ਪੀਣਾ ਸੀ, ਹੁਣ ਤੁਹਾਡੇ ਦਿਲੋਂ ਛੁੱਟ ਗਈ ਹੈ। ਤੁਹਾਨੂੰ ਅਫਸੋਸ ਕਰਨ ਦੀ ਥਾਂ ਖੁਸ਼ ਹੋਣਾ ਚਾਹੀਦਾ। ਇਹ ਸੁਣ ਕੇ ਮੇਰਾ ਮਨ ਫਿਰ ਪਹਿਲਾਂ ਵਾਂਗੂ ਹੀ ਖੁਸ਼ੀ ਵਿੱਚ ਉਡਾਰੀਆਂ ਲਾਉਣ ਲੱਗਾ ਤੇ ਦਿਲ ਦਾ ਸਾਰਾ ਬੋਝ ਦੂਰ ਹੋ ਕੇ ਮਨ ਹੌਲਾ ਫੁੱਲ ਹੋ ਗਿਆ। ਅੱਜ ਉਹਨਾਂ ਨੇ ਮੈਥੋਂ ਇੱਕ ਪ੍ਰਣ ਲਿਆ, ਉਹ ਇਹ ਕਿ ਮੈਂ ਲੂਣ ਨਹੀਂ ਖਾਵਾਂਗਾ। ਅੱਜ ਤੋਂ ਮਗਰੋਂ ਨਾ ਮੈਂ ਕਦੀ ਸ਼ਰਾਬ ਹੀ ਪੀਤੀ ਤੇ ਨਾ ਹੀ ਕੋਈ 11 ਕੁ ਵਰ੍ਹੇ ਤੱਕ ਲੂਣ ਖਾਧਾ। ਅਲੂਣੀ ਹੀ ਦਾਲ ਭਾਜੀ ਖਾਂਦਾ ਰਿਹਾ। ਪਰ ਜਦੋਂ ਅਮਰੀਕਾ ਨੂੰ ਤੁਰਿਆ ਤਾਂ ਫਿਰ ਲੂਣ ਖਾਣਾ ਸ਼ੁਰੂ ਕਰ ਦਿੱਤਾ, ਕਿਉਂ ਜੋ ਸਫ਼ਰ ਵਿੱਚ ਮੈਂ ਆਪਣੀ ਅਲੂਣੀ ਦਾਲ ਭਾਜੀ ਵੱਖਰੀ ਨਹੀਂ ਸੀ ਬਣਾ ਸਕਦਾ। ਲੂਣ ਛਡਵਾਉਣ ਦਾ ਭਾਵ ਇਹ ਸੀ ਕਿ ਮਸਾਲੇਦਾਰ ਚਟਪਟੀਆਂ ਚਟਣੀਆਂ ਖਾਣ ਨਾਲ ਮੇਰੇ ਦਿਮਾਗ ਉੱਤੇ ਜੋ ਭੈੜਾ ਅਸਰ ਪੈ ਕੇ ਮੈਨੂੰ ਅਵੱਲੀਆਂ ਵਾਦੀਆਂ ਪਈਆਂ ਸਨ, ਉਹਨਾਂ ਨੂੰ ਰੋਕਿਆ ਜਾਵੇ ਤੇ ਮੈਨੂੰ ਸਾਦਾ ਤੇ ਰੁੱਖਾ ਮਿੱਸਾ ਖਾਣ ਦਾ ਸੁਭਾਅ ਪੈ ਜਾਵੇ। ਹੋਇਆ ਵੀ ਇਸੇ ਤਰ੍ਹਾਂ। ਮੈਨੂੰ ਸਾਰੇ ਸਵਾਦ ਭੁੱਲ ਗਏ ਤੇ ਰੁੱਖੀ ਮਿੱਸੀ ਰੋਟੀ ਖਾ ਕੇ ਬਹੁਤ ਸਵਾਦ ਆਉਣ ਲੱਗਾ। ਮੇਰਾ ਜੀਵਨ
ਬਹੁਤ ਸਾਦਾ ਹੋ ਗਿਆ ਤੇ ਸਿਰੋਂ ਇੱਕ ਤਰ੍ਹਾਂ ਦਾ ਬੋਝ ਜਿਹਾ ਲੈ ਗਿਆ। ਲੂਣ ਨਾ ਖਾਣ ਨਾਲ ਜੋ ਲਾਭ ਮੈਨੂੰ ਪ੍ਰਤੀਤ ਹੋਇਆ ਉਹ ਵੀ ਇੱਥੇ ਲਿਖ ਦੇਣਾ ਜ਼ਰੂਰੀ ਹੈ। ਲਾਭ ਤਾਂ ਇਹ ਹੈ ਕਿ ਮੈਂ ਸਵਾਦਾਂ ਦੇ ਪੰਜੇ ਵਿੱਚੋਂ ਛੁੱਟ ਗਿਆ ਤੇ ਰੁੱਖੀ ਰੋਟੀ ਵਿੱਚੋਂ ਮੈਨੂੰ ਸ਼ੱਕਰ ਵਰਗਾ ਮਿਠਾਸ ਆਉਣ ਲੱਗਾ। ਬਹੁਤ ਵਾਰੀ ਮੈਂ ਬਿਨਾਂ ਦਾਲ ਭਾਜੀ ਦੇ ਹੀ ਰੋਟੀ ਖਾਇਆ ਕਰਦਾ ਸਾਂ। ਇਹ ਵੀ ਖਿਆਲ ਰਹੇ ਕਿ ਕੁਦਰਤ ਨੇ ਦਾਲ ਭਾਜੀਆਂ ਵਿੱਚ ਲੂਣ ਦਾ ਲੋੜੀਂਦਾ ਅੰਸ਼ ਰੱਖਿਆ ਹੋਇਆ। ਜਦੋਂ ਅਸੀਂ ਵਧੇਰੇ ਨਮਕੀਨ ਖਾਣ ਗਿੱਝ ਜਾਂਦੇ ਹਾਂ ਤਾਂ ਦਾਲ ਭਾਜੀ ਦੇ ਕੁਦਰਤੀ ਸਵਾਦ ਤੋਂ ਵਿਰਵੇ ਹੋ ਜਾਂਦੇ ਹਾਂ। ਜਦੋਂ ਅਸੀਂ ਲੂਣ ਨਹੀਂ ਖਾਂਦੇ ਤਾਂ ਅਲੂਣੀ ਦਾਲ ਭਾਜੀ ਵਿੱਚੋਂ ਸਾਨੂੰ ਉਹ ਸਵਾਦ ਆਉਂਦਾ ਹੈ ਜੋ ਲੂਣ ਪਾਉਣ ਨਾਲ। ਲੂਣ ਨਾ ਖਾਣ ਦਾ ਸੁਭਾਅ ਪੈ ਜਾਣ ਪਰ ਜੇ ਸਲੂਣੀ ਦਾਲ ਭਾਜੀ ਖਾਧੀ ਜਾਵੇ ਤਾਂ ਉਹ ਕੌੜੀ ਲੱਗਦੀ ਹੈ। ਦੂਜੇ ਲੂਣ ਨਾ ਖਾਣ ਨਾਲ ਤਰੇ ਤੇ ਧੁੱਪ ਘੱਟ ਪਾਉਂਦੀਆਂ ਹਨ। ਇਹ ਵੀ ਸੱਚ ਹੈ ਕਿ ਜੇ ਬਹੁਤ ਚਿਰ ਤੱਕ ਮਨੁੱਖ ਲੂਣ ਨਾ ਖਾਵੇ ਤਾਂ ਵਿਸ਼ੇਰ ਜ਼ਹਿਰੀ ਜਾਨਵਰਾਂ ਭਰਿੰਗ ਮੱਛਰ ਤੇ ਮਾਖਿਓ ਦੀ ਮੱਖੀ ਆਦਿ ਦੇ ਡੰਗ ਮਾਰਨ ਨਾਲ ਕੋਈ ਪੀੜਾ ਨਹੀਂ ਹੁੰਦੀ, ਸਗੋਂ ਹੋਰਨਾਂ ਲੂਣ ਖਾਣ ਵਾਲੇ ਮਨੁੱਖਾਂ ਨਾਲੋਂ ਉਸ ਪਰ ਹਰ ਤਰ੍ਹਾਂ ਦਾ ਜ਼ਹਿਰ ਘੱਟ ਘਾਟ ਕਰਦਾ ਹੈ। ਇਹ ਮੇਰੀ ਖੁਦ ਅਜ਼ਮਾਈ ਹੋਈ ਗੱਲ ਹੈ, ਨਾ ਕਿ ਸੁਣੀ ਸੁਣਾਈ। ਅਕਸਰ ਲੋਕੀ ਕਹਿੰਦੇ ਹਨ ਕਿ ਲੂਣ ਨਾ ਖਾਣ ਕਰਕੇ ਪਾਚਕ ਸ਼ਕਤੀ ਹਾਜ਼ਮਾ ਕਮਜ਼ੋਰ ਹੋ ਜਾਂਦੀ ਹੈ। ਇਹ ਵੀ ਝੂਠ ਹੈ, ਸਗੋਂ ਹਾਜ਼ਮਾ ਤੇਜ਼ ਹੁੰਦਾ ਹੈ। ਲੂਣ ਤੇ ਹੋਰਨਾਂ ਤੇਜ਼ ਮਸਾਲਿਆਂ ਦੀ ਵਰਤੋਂ ਹਾਜ਼ਮੇ ਨੂੰ ਕਮਜ਼ੋਰ ਕਰਦੀ ਹੈ, ਨਾ ਖਾਣ ਨਾਲ ਕਮਜ਼ੋਰ ਨਹੀਂ ਹੁੰਦਾ। ਇਹ ਐਵੇਂ ਭਰਮ ਹੈ। 12 ਵਰ੍ਹੇ ਵਿੱਚ ਨਾ ਕਦੀ ਮੈਨੂੰ ਅਪੱਜੀ ਬਦ ਹਜ਼ਮੀ ਹੋਈ ਤੇ ਨਾ ਹੀ ਕਦੀ ਗਰਮੀ ਦੇ ਜ਼ੋਰ ਨਾਲ ਤਾਪ ਚੜ੍ਹਿਆ ਅਤੇ ਨਾ ਅੱਖੀਆਂ ਹੀ ਦੁਖਣੀਆਂ ਆਈਆਂ। ਜਦੋਂ ਬਾਬਾ ਜੀ ਦੀ ਸੰਗਤ ਕਰਦਿਆਂ ਮੈਨੂੰ 6 ਮਹੀਨੇ ਹੋ ਗਏ ਤਾਂ ਇੱਕ ਦਿਨ ਭਾਈ ਗੁਰਦਿੱਤ ਸਿੰਘ ਜੀ ਕਬੀਰ ਪੰਥੀ ਦੇ ਸੱਦੇਪੁਰ ਬਾਬਾ ਜੀ ਅੰਮ੍ਰਿਤਸਰ ਗਏ। ਮੈਨੂੰ ਵੀ ਨਾਲ ਲੈ ਗਏ। ਭਾਈ ਗੁਰਦਿੱਤ ਸਿੰਘ ਜੀ ਦੇ ਘਰ ਰਾਤ ਨੂੰ ਦੀਵਾਨ ਸੱਜਿਆ। ਅਗਲੇ ਦਿਨ ਜਦੋਂ ਮੈਂ ਬਾਬਾ ਜੀ ਦੇ ਲਾਗੇ ਬੈਠਾ ਹੋਇਆ ਸਾਂ ਤਾਂ ਉਹਨਾਂ ਨੇ ਮੈਥੋਂ ਪੁੱਛਿਆ, ਸੁਣਾ ਹੁਣ ਕੰਜਰੀ ਤਾਂ ਚੇਤੇ ਨਹੀਂ ਆਉਂਦੀ? ਮੈਂ ਬੇਨਤੀ ਕੀਤੀ ਕਿ ਉਂਝ ਤਾਂ ਚੇਤੇ ਨਹੀਂ ਆਉਂਦੀ, ਪਰ ਸੁਪਨੇ ਵਿੱਚ ਕਦੇ ਕਦਾਈ ਝਾਕਾ ਦੇ ਜਾਂਦੀ ਹੈ। ਉਹਨਾਂ ਨੇ ਹੁਕਮ ਦਿੱਤਾ ਕਿ ਚੰਗਾ, ਅੱਜ ਜਾ ਕੇ ਉਸ ਨੂੰ ਮਿਲ ਆਓ, ਪਰ ਛੇਤੀ ਮੁੜ ਆਉਣਾ। ਮੈਂ ਬਾਬਾ ਜੀ ਦੀ ਆਗਿਆ ਪਾਲਣ ਹਿੱਤ ਕੰਜਰੀ ਦੇ ਮਕਾਨਪੁਰ ਚਲਾ ਗਿਆ। ਜਦੋਂ ਉਸਨੇ ਮੈਨੂੰ ਡਿੱਠਾ ਤਾਂ ਖੁਸ਼ ਹੋਈ। ਖਬਰੇ ਉਸ ਨੂੰ ਇਹ ਖਿਆਲ ਸੀ ਕਿ ਮੈਨੂੰ ਉਸ ਦਾ ਪ੍ਰੇਮ ਫਿਰ ਇੱਥੇ ਖਿੱਚ ਲਿਆਇਆ ਹੈ। ਉਸਨੇ ਝਟਪਟ ਇੱਕ ਬੋਤਲ ਸ਼ਰਾਬ ਦੀ ਮੰਗਵਾ ਲਈ ਤੇ ਬੋਤਲ ਅਰ ਗਲਾਸ ਮੇਰੇ ਅਗਾੜੀ ਰੱਖ ਦਿੱਤਾ। ਮੈਂ ਜਿਸ ਵਕਤ ਤੋਂ ਉਸ ਦੀ ਬੈਠਕ ਵਿੱਚ ਪੈਰ ਪਾਇਆ ਸੀ ਉਸੇ ਵਕਤ ਤੋਂ ਮੇਰਾ ਮਨ ਬਹੁਤ ਵਿਆਕੁਲ ਹੋ ਗਿਆ ਸੀ ਤੇ ਮੇਰੇ ਸਾਹਮਣੇ ਪਿਛਲੇ ਪਾਪਾਂ ਦੀ ਇੱਕ ਤਸਵੀਰ ਖਿੱਚੀ ਗਈ ਸੀ। ਹੁਣ ਮੈਂ ਆਪਣੇ ਪਿਛਲੇ ਕੁਕਰਮਾਂ ਨੂੰ ਚੇਤੇ ਕਰਕੇ ਮਨ ਹੀ ਮਨ ਆਪਣੇ ਉੱਤੇ ਫਿਟਕਾਰਾਂ ਪਾ ਰਿਹਾ ਸਾਂ। ਕੰਜਰੀ ਦੀ ਸ਼ਕਲ ਵੀ ਮੈਨੂੰ ਇੱਕ ਪਾਪਾਂ ਦਾ ਕੋਟ ਤੇ ਫਿਟਕਾਰਾਂ ਦੀ ਮੂਰਤ ਨਜ਼ਰ ਆ ਰਹੀ ਸੀ। ਮੈਂ ਚਾਹੁੰਦਾ ਸਾਂ ਕਿ ਕਿਵੇਂ ਨਾ ਕਿਵੇਂ ਇੱਥੋਂ ਛੇਤੀ ਨਿਕਲ ਜਾਵਾਂ। ਮੈਂ ਉਸ ਨੂੰ ਕਿਹਾ ਕਿ ਹੁਣ ਮੈਂ ਸ਼ਰਾਬ ਨਹੀਂ ਪੀਂਦਾ। ਉਸ ਨੇ ਪੁੱਛਿਆ ਕਿਉਂ? ਮੈਂ ਉੱਤਰ ਦਿੱਤਾ ਕਿ ਇਸ ਸ਼ਰਾਬ ਦੀ ਥਾਵੇਂ ਮੈਨੂੰ ਇੱਕ ਹੋਰ ਅਜਿਹੀ ਸ਼ਰਾਬ ਮਿਲ ਗਈ ਹੈ ਜਿਸ ਦਾ ਇੱਕ ਪਿਆਲਾ ਪੀਤਿਆਂ ਮੈਨੂੰ 6 ਮਹੀਨੇ ਗੁਜ਼ਰ ਗਏ ਹਨ, ਪਰ ਨਸ਼ਾ ਉਤਰਨ ਦੀ ਥਾਂ ਸਗੋਂ ਦਿਨ ਦਿਨ ਦੂਣ ਸਵਾਇਆ ਚੜ੍ਹਦਾ ਜਾਂਦਾ ਹੈ। ਉਸ ਸੱਚੀ ਸ਼ਰਾਬ ਨੇ ਮੈਥੋਂ ਇਹ ਕੂੜੀ ਸ਼ਰਾਬ ਛੁਡਵਾ ਦਿੱਤੀ ਹੈ। ਇਹ ਗੱਲਾਂ ਕਰਦਿਆਂ ਕਰਦਿਆਂ ਮੇਰੇ ਨੈਣ ਮਤਵਾਲੇ ਹੋ ਗਏ। ਉਹ ਵੀ ਸਮਝ ਗਈ ਭਈ ਮੇਰੇ ਉੱਤੇ ਉਸ ਦੇ ਜਾਦੂ ਨਾਲ ਕੋਈ ਹੋਰ ਡਾਢਾ ਜਾਦੂ ਚੜ੍ਹ ਗਿਆ। ਫਿਰ ਉਸਨੇ ਪੁੱਛਿਆ ਕਿ ਤੁਸੀਂ ਇੰਨੇ ਦਿਨ ਆਏ ਕਿਉਂ ਨਹੀਂ? ਮੈਂ ਉੱਤਰ ਦਿੱਤਾ ਕਿ ਜਿਹੜਾ ਦਿਲ ਮੈਂ ਤੈਨੂੰ ਦਿੱਤਾ ਹੋਇਆ ਤੇ ਜਿਸ ਦੇ ਪ੍ਰਤਾਪ ਨਾਲ ਮੈਂ ਤੇਰੇ ਕੋਲ ਖਿੱਚਿਆ ਆਉਂਦਾ ਸਾਂ, ਉਹ ਹੁਣ ਦਿਲ ਮੈਂ ਮੁਰਸ਼ਦ ਗੁਰੂ ਨੂੰ ਦੇ ਚੁੱਕਾ। ਹੁਣ ਤੇਰੇ ਕੋਲ ਆਵੇ ਤਾਂ ਕੌਣ? ਇੰਨੀ ਗੱਲ ਕਹਿੰਦਿਆਂ ਹੀ ਮੈਂ ਉੱਠ ਖਲੋਤਾ। ਉਸਨੇ ਫਿਰ ਪੁੱਛਿਆ, ਆਪ ਦੇ ਉਹ ਮੁਰਸ਼ਦ ਕਿੱਥੇ ਹਨ? ਮੈਂ ਉੱਤਰ ਦਿੱਤਾ, ਮੇਰੇ ਦਿਲ ਵਿੱਚ। ਜੇ ਤੇਰਾ ਭਾਵ ਉਹਨਾਂ ਦੇ ਸਰੀਰ ਨਾਲ ਹੈ ਤਾਂ ਉਹ ਅੱਜ ਇਸੇ ਸ਼ਹਿਰ ਨੂੰ ਭਾਗ ਲਾ ਰਹੇ ਹਨ ਤੇ ਮੈਂ ਉਹਨਾਂ ਦੇ ਹੁਕਮ ਨਾਲ ਹੀ ਅੱਜ ਇੱਥੇ ਆਇਆ ਹਾਂ, ਨਹੀਂ ਤਾਂ ਮੇਰੀ ਆਪਣੀ ਇੱਛਾ ਮੈਨੂੰ ਇੱਥੇ ਨਹੀਂ ਲਿਆਈ। ਕੰਜਰੀ, ਕੀ ਮੈਂ ਵੀ ਉਹਨਾਂ ਦਾ ਦੀਦਾਰ ਕਰ ਸਕਦੀ ਹਾਂ? ਮੈਂ, ਕਿਉਂ ਨਹੀਂ। ਮਹਾਂਪੁਰਖਾਂ ਦਾ ਜਨਮ ਹੀ ਮੇਰੇ ਤੇਰੇ ਜਿਹੇ ਪਾਪੀਆਂ ਦੇ ਭਲੇ ਲਈ ਹੁੰਦਾ ਹੈ। ਇਸ ਸੰਸਾਰਪੁਰ ਆਵਣ ਦਾ ਹੋਰ ਉਹਨਾਂ ਦਾ ਮਤਲਬ ਹੀ ਕੀ ਹੈ? ਮੇਰੇ ਮੂੰਹੋਂ ਇੰਨੀ ਗੱਲ ਸੁਣ ਕੇ ਉਹ ਮੇਰੇ ਨਾਲ ਉੱਠ ਟੁਰੀ। ਅਸੀਂ ਦੋਵੇਂ ਬਾਬਾ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਏ।
ਜਦੋਂ ਉਹ ਸਲਾਮ ਕਰਕੇ ਬਹਿ ਗਈ ਤਾਂ ਬਾਬਾ ਜੀ ਨੇ ਮੈਥੋਂ ਪੁੱਛਿਆ, ਸੋਹਣ ਸਿੰਘਾ, ਇਹ ਕੌਣ ਹੈ? ਮੈਂ, ਬਾਬਾ ਜੀ, ਇਹ ਉਹ ਹੈ ਜਿਸ ਦੇ ਪਾਸ ਆਪ ਨੇ ਮੈਨੂੰ ਘੱਲਿਆ ਸੀ। ਬਾਬਾ ਜੀ ਵੇਸਵਾ ਨੂੰ, ਕਹੋ ਭਾਈ, ਤੇਰਾ ਆਉਣਾ ਕਿਵੇਂ ਹੋਇਆ? ਵੇਸਵਾ, ਮਹਾਰਾਜ, ਆਪ ਦੇ ਪਾਸੋਂ ਇੱਕ ਖੈਰਾਤ ਮੰਗਣ ਆਈ ਹਾਂ। ਬਾਬਾ ਜੀ, ਬੱਚਾ, ਸਾਡੇ ਕੋਲ ਤਾਂ ਰੱਬ ਦੇ ਨਾਮ ਤੋਂ ਛੁੱਟ ਹੋਰ ਕੁਝ ਨਹੀਂ, ਦੱਸ ਤੂੰ ਕੀ ਚਾਹੁੰਦੀ ਹੈ? ਵੇਸਵਾ, ਮਹਾਰਾਜ, ਰੱਬ ਦਾ ਨਾਮ ਤਾਂ ਮੇਰੇ ਜਿਹੀ ਪਾਪਣ ਪਾਸੋਂ ਨਹੀਂ ਮੰਗਿਆ ਜਾਂਦਾ, ਪਰ ਮੈਂ ਸੋਹਣ ਨੂੰ ਆਪ ਪਾਸੋਂ ਮੰਗਦੀ ਹਾਂ। ਅੱਗੇ ਵੀ ਫਕੀਰਾਂ ਨੇ ਹੀ ਇਹ ਮੈਨੂੰ ਦਿੱਤਾ ਸੀ। ਬਾਬਾ ਜੀ, ਉਹ ਫਕੀਰ ਤੈਨੂੰ ਦੇਣ ਵਾਲੇ ਸਨ, ਪਰ ਮੈਂ ਇਸ ਨੂੰ ਤੇਥੋਂ ਲੈਣ ਵਾਲਾ ਹਾਂ। ਹੁਣ ਇਹ ਤੇਰੇ ਕੋਲ ਨਹੀਂ ਜਾ ਸਕਦਾ, ਇਸ ਨੂੰ ਰੱਬ ਨੇ ਬਖਸ਼ ਲਿਆ ਹੈ। ਹੁਣ ਭਲੀ ਗੱਲ ਇਹੋ ਹੈ ਕਿ ਅੱਜ ਤੋਂ ਤੂੰ ਵੀ ਇਸ ਨੂੰ ਵਿਸਾਰ ਦੇਵੇਂ। ਤੋਂ ਉਸਨੇ ਦੇਖਿਆ ਕਿ ਇਸ ਕਲੰਦਰ ਫਕੀਰ ਅਗਾੜੀ ਉਸ ਦੀ ਕੋਈ ਪੇਸ਼ ਨਹੀਂ ਜਾਂਦੀ, ਤਾਂ ਉਹ ਸਲਾਮ ਕਰਕੇ ਆਪਦੇ ਘਰ ਨੂੰ ਮੁੜ ਗਈ। ਉਦਣ ਮਗਰੋਂ ਉਹ ਸੁਪਨੇ ਵਿੱਚ ਵੀ ਮੇਰੀ ਨਿਗਾਹ ਅੰਦਰ ਨਹੀਂ ਰੜਕੀ। ਇਸ ਗੱਲ ਨੂੰ ਉਹ ਆਦਮੀ ਸਮਝ ਸਕਦੇ ਹਨ ਜਿਨ੍ਹਾਂ ਨੂੰ ਸੰਸਕਾਰਾਂ ਦਾ ਪੂਰਬ ਗਿਆਨ ਹੈ ਕਿ ਥੋੜ੍ਹੀ ਜਿਹੀ ਮੰਦ ਵਾਸ਼ਨਾ ਦੀ ਜੜ ਵੀ ਕਿਵੇਂ ਮੌਕਾ ਪਾ ਕੇ ਮਨੁੱਖ ਦੇ ਦਿਲ ਅੰਦਰ ਇੱਕ ਸਾਵਾਂ ਸਫਲਾ ਬਿਰਛ ਬਣ ਜਾਂਦੀ ਹੈ। ਬਾਬਾ ਜੀ ਪੂਰੇ ਵੈਦ ਸਨ ਤੇ ਬਿਮਾਰੀ ਦੀ ਬਰੀਕ ਤੋਂ ਬਰੀਕ ਹਾਲਤ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਸਨ। ਉਹ ਭਲੀ ਪ੍ਰਕਾਰ ਜਾਣਦੇ ਸਨ ਕਿ ਮੇਰੇ ਦਿਲ ਵਿੱਚੋਂ ਅਜੇ ਸੂਖਮ ਮੰਦ ਭਾਵਨਾ ਦਾ ਅੰਸ਼ ਧੋਤਾ ਨਹੀਂ ਗਿਆ। ਇਸ ਲਈ ਉਹਨਾਂ ਨੇ ਇਸ ਮੰਦ ਵਾਸ਼ਨਾ ਦੀ ਜੜ ਮੇਰੇ ਮਨ ਵਿੱਚੋਂ ਉੱਕੀ ਹੀ ਪੁੱਟ ਦੇਣ ਖਾਤਰ ਮੈਨੂੰ ਮੁੜ ਵੇਸਵਾ ਦੁਆਰੇ ਘੱਲਿਆ, ਕਿਉਂ ਜੋ ਹੁਣ ਮੈਂ ਨਰਕੀ ਜੀਵਨ ਤੇ ਆਤਮਕ ਰਸ ਵਿੱਚ ਮਾੜ ਮੋੜ ਪਛਾਣ ਕਰਨ ਜੋਗਾ ਹੋ ਗਿਆ ਸਾਂ। ਇਸ ਤਰ੍ਹਾਂ ਬਾਬਾ ਜੀ ਨੇ ਉਸ ਨਰਕੀ ਜੀਵਨ ਤੋਂ, ਉਸ ਨੂੰ ਮੈਂ ਪਹਿਲਾਂ ਸਵਰਗ ਸਮਝਦਾ ਸਾਂ, ਸਦਾ ਲਈ ਘਿਰਣਾ ਕਰਾ ਦਿੱਤੀ। ਹੁਣ ਉਹ ਬੀਤ ਚੁੱਕਾ ਜੀਵਨ ਮੈਨੂੰ ਨਰਕ ਭਾਸਣ ਲੱਗਾ। ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਸੱਚੇ ਮਿੱਤਰ ਸਮਝਦਾ ਸਾਂ, ਹੁਣ ਉਹ ਮੈਨੂੰ ਤਬਾਹ ਕਰਨ ਵਾਲੇ ਤੇ ਆਪ ਸਵਾਰਥੀ ਪ੍ਰਤੀਤ ਹੋਣ ਲੱਗ ਪਏ। ਕਿਤਾਬ ਮੇਰੀ ਰਾਮ ਕਹਾਣੀ, ਲੇਖਕ ਬਾਬਾ ਸੋਹਣ ਸਿੰਘ ਜੀ ਭਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ ਚੌਥਾ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।